ਸੋ ਪਾਤਸ਼ਾਹ ਕਹਿੰਦੇ ਪਾਪ ਪੁੰਨ ਸਾਡੇ ਵਸ ਨਹੀਂ। ਤੇ ਫਿਰ ਮੱਤ ਭਰੀ ਪਈ ਹੋਈ ਹੈ ਪਾਪਾਂ ਦੇ ਨਾਲ, ਭਰੀ ਹੈ ਮੱਤ ਪਾਪਾਂ ਕੇ ਸੰਗ। ਇਹ ਵੀ ਨਾਲ ਹੀ ਹੁਣ ਗੁਰਬਾਣੀ 'ਚ ਬਚਨ ਹੈ, ਪਿੱਛੇ ਆਪਾਂ ਨੇ ਵਿਚਾਰ ਕੀਤੀ ਹੈ। ਸੋ ਗੱਲ ਕੁਝ ਸਮਝ ਨਹੀਂ ਆਉਂਦੀ, ਭੁਲੇਖਾ ਜਿਹਾ ਲੱਗਦਾ ਵੀ ਇੱਥੇ ਅਸੀਂ ਮੰਨਦੇ ਹਾਂ ਕਿ ਮੈਂ ਕੀਤਾ, ਚਾਹੇ ਪਾਪ ਚਾਹੇ ਪੁੰਨ, ਖੁਦ ਕਰਤਾ ਬਣ ਕੇ ਪੇਸ਼ ਹੋਏ। ਬਸ ਇਹੀ ਭੇਦ ਹੈ ਕਿ ਖੁਦ ਨੂੰ ਕਰਤਾ ਨਹੀਂ ਮੰਨਣਾ ਕਿਰਿਆ ਵਿੱਚ, ਭਾਵ ਮਨ ਦੀ ਸੋਚ ਹੈ ਕਿ ਮੈਂ ਕਰਤਾ ਹਾਂ, ਜਾਂ ਹੋਰ ਬਹੁਤ ਸੋਚਾਂ ਸੋਚਦਾ ਹੈ ਕਿ ਇੰਜ ਨਹੀਂ ਹੋਣਾ ਚਾਹੀਦਾ, ਇਹ ਗਲਤ ਹੋ ਰਿਹਾ, ਇਸ ਤਰ੍ਹਾਂ ਹੋਣਾ ਚਾਹੀਦਾ। ਬਸ ਇਹ ਕਰਤਾ ਭਾਵ ਆਪਣੀ ਸੋਚ ਅਸਲ ਵਿੱਚ ਪਾਪ ਹੈ। ਹੁਕਮ ਦਾ ਵਿਰੋਧ ਨਹੀਂ ਹੋ ਸਕਦਾ। ਹੁਕਮ ਦਾ ਵਿਰੋਧ ਕਰਨ ਦੇ ਬਾਵਜੂਦ ਵੀ ਹੁਕਮ ਤਾਂ ਵਰਤੀ ਜਾਂਦਾ ਹੈ। ਜੇ ਅਸੀਂ ਚਾਹੀਏ ਵੀ ਐਂ ਨਹੀਂ ਹੋਣਾ ਚਾਹੀਦਾ ਤਾਂ ਹੋ ਹੀ ਜਾਂਦਾ ਹੈ, ਅਸੀਂ ਰੋਕ ਨਹੀਂ ਸਕਦੇ। ਕਿਸੇ 'ਚ ਜ਼ਰੂਰਤ ਨਹੀਂ ਕੋਈ ਪਰਮੇਸ਼ਰ ਦੇ ਹੁਕਮ ਨੂੰ ਰੋਕ ਕੇ ਦਿਖਾਵੇ ਜਾਂ ਕੋਈ ਬਦਲ ਕੇ ਦਿਖਾਵੇ। ਅਸੀਂ ਆਪਣੇ ਹੁਕਮ ਨੂੰ ਰੋਕ ਸਕਦੇ ਹਾਂ, ਅਸੀਂ ਆਪਣੇ ਭਾਣੇ ਨੂੰ ਬਦਲ ਸਕਦੇ, ਜਿਹੜਾ ਸਾਡੇ ਅੰਦਰ ਇੱਛਾ ਚੱਲਦੀ ਹੈ। ਅਸੀਂ ਆਪਣੀ ਅੰਦਰਲੀ ਇੱਛਾ ਨੂੰ ਚੇਂਜ ਕਰ ਸਕਦੇ ਜੇ ਉਹ ਵੀ ਤਾਂ ਜੇ ਅਸੀਂ ਕਰਨੀ ਚਾਹੀਏ। ਉਹਦੇ ਲਈ ਮੁਸ਼ਕਿਲ ਤਾਂ ਆਉਂਦੀ ਹੈ ਬਹੁਤ, ਕਿਉਂਕਿ ਜਦੋਂ ਅਸੀਂ ਆਪਣੀ ਇੱਛਾ ਨੂੰ ਬਦਲਣਾ ਚਾਹਾਂਗੇ ਤਾਂ ਸੰਸਾਰ ਤੋਂ ਉਲਟ ਚੱਲਣਾ ਪਊਗਾ। ਸੰਸਾਰ ਤੋਂ ਉਲਟ ਚੱਲੋਗੇ ਤਾਂ ਸੰਸਾਰ ਦਾ ਵੀ ਤਕਲੀਫ ਦਊਗਾ। ਤਾਂ ਹੀ ਲਿਖਿਆ ਨਾ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਉਹਨਾਂ ਨੇ ਆਪਣੀ ਸੋਚ ਬਦਲੀ ਕਿ ਇਸ ਦਾ ਭਾਣੇ 'ਚ ਚੱਲਣਾ। ਹੁਣ ਭਾਣਾ ਜਿਹੜਾ ਚੱਲਦਾ ਪਰਮੇਸ਼ਰ ਦਾ, ਉਹ ਸੰਸਾਰ ਤੋਂ ਉਲਟ ਚੱਲਦਾ। ਚੱਲਦਾ ਭਾਵੇਂ ਸੰਸਾਰ ਦੇ ਜੀਵਾਂ ਦੇ ਭਲੇ ਵਾਸਤੇ ਹੈ, ਪਰ ਸੰਸਾਰ ਦੇ ਜੀਵਾਂ ਨੂੰ ਉਹ ਭਾਣਾ ਦੀਂਦਾ ਨਹੀਂ ਹੈ। ਉਹਦੇ 'ਚ ਇਹਨਾਂ ਨੂੰ ਭਲਾ ਨਜ਼ਰ ਨਹੀਂ ਆਉਂਦਾ। ਉਹਨਾਂ ਨੂੰ ਇਹਨਾਂ ਜੀਵਾਂ ਨੂੰ ਆਪਣੇ ਆਪ ਦਾ ਚੰਗਾ ਨਹੀਂ ਨਜ਼ਰ ਆਉਂਦਾ, ਇਹਨਾਂ ਨੂੰ ਇਹੀ ਲੱਗਦਾ ਵੀ ਮਾੜਾ ਹੈ। ਇਸੇ ਕਰਕੇ ਉਸ ਭਾਣੇ ਦੇ ਅੰਦਰ ਕੋਈ ਬਿਰਲੀ ਹੀ ਜੀਵ ਜਾਂਦਾ ਹੈ, ਬਹੁਤੇ ਨਹੀਂ ਜਾਂਦੇ। ਹੈਨ ਬਿਰਲੇ ਨਹੀਂ ਕਨੇ, ਤਾਂ ਹੀ ਪਾਤਸ਼ਾਹ ਨੇ ਵਚਨ ਲਿਖੇ, ਕਿਉਂਕਿ ਉਹ ਆਪ ਕੱਲੀ ਸੀ ਖੜੇ। ਉਹਨਾਂ ਨੇ ਦੇਖਿਆ ਵੀ ਇੱਥੇ ਤਾਂ ਕੋਈ ਵੀ ਨਹੀਂ ਖੜਦਾ ਹੈਗਾ ਇਸ ਗੱਲ ਤੇ ਆ ਕੇ। ਔਰ ਖੜਨਾ ਵੀ ਬਹੁਤ ਔਖਾ ਹੈ, ਇਹ ਕੋਈ ਸੌਖਾ ਨਹੀਂ ਹੈ। ਜਨ ਨਾਨਕ ਇਹ ਕੇਲ ਕਠਨ, ਬਹੁਤ ਔਖਾ ਹੈ। ਕਹਿਣੀ ਗੱਲ ਸੌਖੀ ਹੈ, ਪਰ ਖੁਦ ਮੰਨਣੀ ਬਹੁਤ ਔਖੀ। ਪਰ ਜਿਹੜਾ ਮੰਨ ਗਿਆ ਉਹ ਜੀਵਨ ਜਿੱਤ ਵੀ ਜਾਂਦਾ ਹੈ, ਉਹ ਭਵ ਸਾਗਰ ਚੋਂ ਬਾਹਰ ਨਿਕਲ ਜਾਂਦਾ ਹੈ। ਸੋ ਹੁਕਮ ਦਾ ਵਿਰੋਧ ਕਰਨ ਦੇ ਬਾਵਜੂਦ ਵੀ ਇਹ ਮੇਰੇ ਮਨਾ ਹੁਕਮ ਵਰਤ ਕੇ ਹੀ ਰਹਿੰਦਾ। ਫਿਰ ਸਾਡਾ ਸੋਚਿਆ ਉਸ ਦੇ ਖਿਲਾਫ ਚਲਾ ਜਾਂਦਾ। ਇਹੀ ਲੇਖਾ ਅਸੀਂ ਲਿਖ ਰਹੇ ਹਾਂ। ਤਾਂ ਹੀ ਪਾਤਸ਼ਾਹ ਨੇ ਲਿਖਿਆ ਨਾ, ਕਰ ਕਰ ਕਰਨਾ ਲਿਖ ਲੈ ਜਾ। ਕਹਿੰਦੇ ਫਿਰ ਜਿਹੜਾ ਕੁਛ ਤੂੰ ਕਰਦਾ ਉਹ ਫਿਰ ਤੂੰ ਲਿਖੀ ਵੀ ਜਾ ਰਿਹਾ। ਅਸੀਂ ਜਿਹੜਾ ਪਾਪ ਪੁੰਨ ਮੰਨਦੇ ਹਾਂ, ਅਸੀਂ ਉਹ ਲਿਖਦੇ ਹਾਂ ਨਾਲ ਦੀ ਨਾਲ ਆਪਣੇ ਅੰਦਰ ਵੀ ਆਹ ਮੈਂ ਪਾਪ ਕੀਤਾ, ਆਹ ਮੈਂ ਪੁੰਨ ਕੀਤਾ। ਉਹ ਲਿਖਿਆ ਜਾ ਰਿਹਾ ਸਾਡਾ। ਦੂਜੇ ਪਾਸੇ ਇੱਕ ਗੁਰਮੁਖ ਹੈ, ਉਹ ਕੀ ਕਹਿੰਦਾ, ਲੇਖਾ ਛੋੜ ਅਲੇਖੈ ਛੁੱਟੈ ਹਮ ਨਿਰਗੁਣ ਲਿਹੋ ਉਬਾਰੀ। ਉਹ ਹੁਣ ਸਾਰੀ ਗੱਲ ਪਰਮੇਸ਼ਰ ਦੇ ਛੱਡੀ ਬੈਠਾ, ਆਪਣੇ ਮੂਲ ਦੇ ਛੱਡੀ ਬੈਠਾ। ਉਹਦਾ ਮੂਲ ਅੰਦਰ ਉਹਨੂੰ ਕਹਿੰਦਾ ਵੀ ਲੇਖਾ ਛੱਡ ਦੇ, ਤੂੰ ਇਹ ਪਾਪ ਪੁੰਨ ਤੋਂ ਬਾਹਰ ਨਿਕਲ, ਸੰਸਾਰ ਵਾਲੇ ਚੋਂ ਛੱਡ ਇਹ ਲੇਖਾ। ਉਹ ਜਿਹੜਾ ਗੁਰਮੁਖ ਹੈ ਉਹ ਛੱਡ ਦਿੰਦਾ, ਲੇਖਾ ਛੋੜ, ਉਹਨੇ ਛੱਡਤਾ, ਅਲੇਖੇ ਚਲੇ ਗਿਆ, ਲੇਖੇ ਤੋਂ ਬਾਹਰ ਚਲੇ ਗਿਆ। ਹੁਣ ਅਲੇਖੇ ਤੋਂ ਬਾਹਰ ਜੋਤ ਜਦੋਂ ਜਾਂਦੀ ਆ, ਜਿਹੜੀਆਂ ਜੋਤਾਂ ਲੇਖੇ ਤੋਂ ਬਾਹਰ ਨੇ ਉਹਨਾਂ 'ਚ ਜਾ ਕੇ ਸ਼ਾਮਲ ਹੋ ਜਾਂਦੀ ਹੈ। ਉਹ ਸਾਰੀਆਂ ਹੀ ਜੋਤਾਂ ਦੀ ਜਿਹੜੀ ਸਵੈ ਇੱਛਾ, ਉਹ ਸਾਰੇ ਸੰਸਾਰ ਨੂੰ ਚਲਾ ਰਹੀ ਹੈ। ਸਾਰੇ ਸੰਸਾਰ ਦੇ ਜੀਵਾਂ ਦੇ ਉੱਪਰ ਉਹਨਾਂ ਦੀ ਨਿਗਾਹ ਹੈ, ਉਹਨਾਂ ਦੀ ਦ੍ਰਿਸ਼ਟੀ ਤੋਂ ਕੋਈ ਬਚਿਆ ਨਹੀਂ ਹੋਇਆ, ਭਾਵੇਂ ਉਹ ਕਿਸੇ ਵੀ ਸਰੀਰ ਦੇ ਅੰਦਰ ਜੋਤ ਹੈ। ਉਹ ਸਾਰੇ ਨੂੰ ਚਲਾ ਰਹੇ।
ਬਾਕੀ ਜੂਨਾਂ ਦੇ ਵਿੱਚ ਪਤਾ ਵੀ ਹੁੰਦਾ, ਪਰ ਇੱਕ ਮਨੁੱਖੀ ਤਨ ਦੇ ਅੰਦਰ ਜਦੋਂ ਜੋਤ ਆ ਜਾਂਦੀ ਹੈ, ਇੱਥੇ ਆ ਕੇ ਇਹਨੂੰ ਭਰਮ ਵੱਧ ਜਾਂਦਾ ਹੈ, ਕਿਉਂਕਿ ਉਹਦੇ ਕੋਲ ਆਪਣੀ ਸੋਚ ਵੀ ਆ ਜਾਂਦੀ ਹੈ। ਦੂਜੀਆਂ ਜੂਨਾਂ ਨਾਲੋਂ ਇਹ ਸਭ ਤੋਂ ਸ੍ਰੇਸ਼ਟ ਵੀ ਹੈ। ਇਹਦੇ ਕੋਲ ਬੁੱਧ ਬਹੁਤ ਹੈ। ਇਹਦੀ ਬੁੱਧੀ ਹੀ ਇਹਦਾ ਸਭ ਤੋਂ ਵੱਡਾ ਕਾਰਨ ਬਣ ਜਾਂਦੀ ਹੈ ਕਿ ਹੁਕਮ ਨੂੰ ਸਮਝਣ ਦੇ ਵਿੱਚ। ਇਹਨੂੰ ਇਸੇ ਕਰਕੇ ਹੀ ਹੁਕਮ ਦੀ ਸਮਝ ਨਹੀਂ ਲੱਗਦੀ, ਗੁਰਬਾਣੀ ਦੀ ਸਮਝ ਨਹੀਂ ਆਉਂਦੀ, ਕਿਉਂਕਿ ਇਹ ਆਪਣੀ ਬੁੱਧੀ ਨੂੰ ਵੱਡੀ ਮੰਨ ਕੇ ਚੱਲ ਪੈਂਦਾ ਹੈ, ਆਪਣੀ ਅਕਲ ਵਰਤਦਾ ਹੈ, ਜਦ ਕਿ ਅਕਲ ਸਾਹਿਬ ਵਾਲੀ ਵਰਤਣੀ ਜ਼ਰੂਰੀ ਹੁੰਦੀ। ਗੁਰ ਕਹਿਆ ਸਾ ਕਾਰ ਕਮਾਵੋ, ਅਕਲ ਹੀ ਸਾਹਿਬ ਸੇਵੀ ਹੈ। ਜਿਹੜੀ ਅਕਲ ਗੁਰਬਾਣੀ 'ਚ ਦਿੱਤੀ ਹੋਈ ਹੈ, ਉਹਦੇ ਦੁਆਰਾ ਹੀ ਆਪਣੇ ਸਾਹਿਬ ਦੀ, ਆਪਣੇ ਮੂਲ ਦੀ ਸੇਵਾ ਕਰਨੀ ਹੈ। ਸੇਵਾ ਕੀ ਹੈ? ਉਹਦੇ ਨਾਲ ਵਿਚਾਰ ਕਰਨੀ ਹੈ। ਜਿਹੜਾ ਕੁਛ ਉਹ ਬੋਲਦਾ ਹਿਰਦੇ 'ਚ ਉਹ ਵੀ ਸੁਣਨਾ, ਗੁਰਬਾਣੀ ਵੀ ਹੈ, ਇਕੱਠੇ ਰਲਾ ਕੇ ਚੱਲ ਪੋ। ਸੋ ਫਿਰ ਹੇ ਮੇਰੇ ਮਨਾ ਤੂੰ ਉਹੀ ਕੁਛ ਲਿਖ ਰਹੇ ਹੈ ਅੰਦਰ। ਸੋ ਗੁਰਬਾਣੀ 'ਚ ਇਹ ਪੰਕਤੀ ਲਿਖਣ ਦਾ ਭਾਵ ਇਹ ਹੈ ਪਾਤਸ਼ਾਹ ਦਾ ਕਿ ਹੇ ਮੇਰੇ ਮਨਾ, ਕਿ ਜੇ ਤੂੰ ਪਾਪ ਪੁੰਨ ਨੂੰ ਮੰਨਦਾ ਰਹੇਗਾ ਤਾਂ ਫਿਰ ਤੈਨੂੰ ਨਾਮ ਦੀ ਪ੍ਰਾਪਤੀ ਨਹੀਂ ਹੋਊਗੀ, ਅਸਲੀ ਪੁੰਨ ਦਾ ਨਹੀਂ ਪਤਾ ਲੱਗੇਗਾ, ਸਗੋਂ ਪਾਪ ਪੁੰਨ ਹੀ ਲਿਖ ਕੇ ਲੈ ਜਾਵੇਂਗਾ। ਪੁੰਨ ਦਾ ਫਲ ਵੀ ਸਰੀਰ ਦੀ ਪ੍ਰਾਪਤੀ ਹੋਵੇਗੀ ਤੇ ਪਾਪ ਦਾ ਫਲ ਵੀ ਸਰੀਰ ਦੀ ਪ੍ਰਾਪਤੀ ਹੋਵੇਗੀ, ਤੇ ਫਿਰ ਫਰਕ ਤਾਂ ਕੋਈ ਵੀ ਨਹੀਂ ਹੋਇਆ। ਇਹ ਤਾਂ ਕੋਈ ਫਰਕ ਨਹੀਂ ਹੈ। ਪਾਤਸ਼ਾਹ ਕਹਿੰਦੇ ਰਾਮ ਗਇਓ ਰਾਵਣ ਗਇਓ। ਕਹਿੰਦੇ ਰਾਮ ਨੂੰ ਤੁਸੀਂ ਅਵਤਾਰ ਮੰਨਦੇ ਹੋ, ਭਗਵਾਨ ਮੰਨਦੇ ਹੋ, ਰਾਵਣ ਨੂੰ ਤੁਸੀਂ ਰਾਖਸ਼ ਮੰਨਦੇ ਹੋ, ਗਏ ਤਾਂ ਦੋਨੇ ਹੀ। ਫਿਰ ਜਾਕਾ ਬਹੁ ਪਰਿਵਾਰ ਦੋਨਾਂ ਦਾ ਹੀ ਚਲੇ ਗਿਆ, ਰਿਹਾ ਤਾਂ ਕਿਸੇ ਦਾ ਵੀ ਕੋਈ ਨਾ ਇੱਥੇ। ਫਿਰ ਕੀ ਫਰਕ ਪਿਆ? ਬਹੁਤ ਵਿਚਿੱਤਰ ਗੱਲਾਂ ਨੇ ਬਾਦਸ਼ਾਹ ਨੇ ਲਿਖੀ, ਹੁਣ ਆਪਾਂ ਨੂੰ ਸਮਝ ਨਹੀਂ ਲੱਗਦੀਆਂ, ਪਰ ਉਸ ਵੇਲੇ ਜਿਹੜੇ ਉਹ ਲੋਕ ਸੀਗੇ ਉਹਨਾਂ ਨੂੰ ਪਤਾ ਸੀ ਵੀ ਇਹ ਕਿੱਥੇ ਗੱਲ ਕਰਦੇ। ਕਹਿੰਦੇ ਰਾਮ ਗਇਓ, ਥੋੜਾ ਤਾਂ ਭਗਵਾਨ ਵੀ ਚਲੇ ਗਿਆ। ਰਾਵਣ ਗਇਓ, ਕੀ ਫਰਕ ਹੋਇਆ? ਜਾਂ ਤਾਂ ਭਗਵਾਨ ਸੀ ਜੇ ਰਾਮ ਉਹ ਇੱਥੇ ਰਹਿੰਦਾ। ਤੁਸੀਂ ਰਾਵਣ ਨੂੰ ਮਾੜਾ ਸਮਝਦੇ ਹੋ, ਰਾਖਸ਼ ਮੰਨਦੇ ਹੋ, ਰਾਖਸ਼ ਦਾ ਨਾਸ ਹੋਣਾ ਚਾਹੀਦਾ। ਗਏ ਤਾਂ ਦੋਨੇ ਹੀ ਨੇ, ਮਰੇ ਨਹੀਂ ਲਿਖਿਆ, ਗਏ ਲਿਖਿਆ ਹੋਇਆ। ਇਹ 'ਚ ਵੀ ਭੇਦ ਹੈ, ਚਲੋ ਵੱਖਰੀ ਗੱਲ ਹੈ। ਸੋ ਫਿਰ ਕੀ ਫਰਕ ਹੈ? ਪਾਤਸ਼ਾਹ ਕਹਿੰਦੇ ਪਾਪ ਪੁੰਨ ਦੋਏ ਏਕ ਸਮਾਨ। ਆਹ ਗੱਲ ਕਿੱਧਰ ਨੂੰ ਜਾਊਗੀ? ਹੁਣ ਦੋਨੇ ਇੱਕੋ ਹੀ ਸਮਾਨ ਕਿਵੇਂ ਨੇ ਪਾਪ ਪੁੰਨ? ਅਸੀਂ ਤਾਂ ਕਹਿੰਦੇ ਪੁੰਨ ਚੰਗਾ ਹੁੰਦਾ, ਪਾਪ ਮਾੜਾ ਹੁੰਦਾ। ਪਰ ਹੁਣ ਇੱਥੇ ਪਾਤਸ਼ਾਹ ਲਿਖਦੇ ਗੁਰਬਾਣੀ 'ਚ, ਕਹਿੰਦੇ ਪਾਪ ਪੁੰਨ ਦੋਏ ਏਕ ਸਮਾਨ, ਇਹ ਤਾਂ ਇੱਕੋ ਹੀ ਹੋਏ। ਬੜੀ ਵਿਚਿੱਤਰ ਗੱਲ ਹੈ। ਫਿਰ ਤਾਂ ਇਹ ਕਿਹਦੇ ਲਈ ਇੱਕ ਸਮਾਨ ਨੇ? ਗੁਰਮੁਖ ਲਈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਜਿਹੜਾ ਸੋਨੇ ਨੂੰ ਵੀ ਮਿੱਟੀ, ਮਿੱਟੀ ਨੂੰ ਵੀ ਸੋਨਾ ਮੰਨਦਾ, ਉਹ ਕਹਿੰਦਾ ਇੱਕੋ ਜਿਹੀ ਗੱਲ ਹੈ। ਜਿਹਨੂੰ ਤੁਸੀਂ ਸੋਨਾ ਮੰਨਦੇ ਇਹ ਵੀ ਮਿੱਟੀ ਹੈ, ਦੂਜੀ ਵੀ ਮਿੱਟੀ ਹੋਈ ਹੈ। ਪਰ ਹੁਣ ਇੱਥੇ ਕੋਈ ਮੰਨ ਕੇ ਦਿਖਾਵੇ, ਸਾਡੇ ਇੱਥੇ ਜਿਹੜੇ ਧਾਰਮਿਕ ਲੋਕ ਨੇ, ਸਾਡੇ ਸੰਸਾਰੀ ਧਾਰਮਿਕ ਲੋਕ ਸੋਨਾ ਬਾਹਰ ਰੱਖ ਕੇ ਦਿਖਾਉਣ, ਉਹਨੂੰ ਕਹਿਣ ਵੀ ਮਿੱਟੀ ਹੈ, ਲੈ ਜਾਓ ਭਾਈ ਜਿਹਨੇ ਲੈ ਜਾਣਾ। ਉਹ ਤਾਂ ਜਿੰਦੇ ਲਾ ਲੈਂਦੇ ਆ। ਭਰੋਸਾ ਨਹੀਂ ਹੈ, ਕਹਿਣੀ ਜ਼ਰੂਰ ਹੈ, ਕਥਨੀ ਨਹੀਂ ਹੈ। ਤਾਂ ਪਾਤਸ਼ਾਹ ਨੇ ਲਿਖਿਆ, ਕਹਿੰਦੇ ਸਾਡੇ ਲਈ ਤਾਂ ਪਾਪ ਪੁੰਨ ਦੋ ਏਕ ਸਮਾਨ ਹੀ ਨੇ। ਤੁਸੀਂ ਜਿਹੜਾ ਕੋਈ ਮਰਜ਼ੀ ਸਮਝੀ ਚੱਲੋ, ਜਿਹੜਾ ਤੁਹਾਡੇ ਵਾਲੇ ਨੇ, ਪਰ ਜਿਹੜਾ ਦਰਗਾਹ ਤੋਂ ਪ੍ਰਵਾਨਿਤ ਨੇ ਉਹ ਇੱਕੋ ਹੀ ਹੈ। ਜਾਂ ਪੁੰਨ ਵੀ ਇੱਕੋ ਹੀ ਆ, ਪਾਪ ਵੀ ਇੱਕੋ ਹੀ। ਜੇ ਪੁੰਨ ਕਮਾਇਆ ਤਾਂ ਇੱਕ ਹੈ, ਜੇ ਪਾਪ ਕਮਾਇਆ ਤਾਂ ਦੋ ਹੈ। ਸਹਿਭੰਗ ਹੈ। ਸਵੈਮ ਆਪਣੇ ਆਪ ਨੂੰ ਵੱਖ ਕਰਨਾ, ਇੱਕ ਤੋਂ ਦੋ ਹੋਣਾ ਹੈ। ਤੇ ਜਦੋਂ ਪੁੰਨ ਕਮਾ ਲਿਆ ਦਵੈ ਤੇ ਏਕ ਰੂਪ ਹੋਏ ਗਏ। ਜਦੋਂ ਭਾਣੇ 'ਚ ਆ ਗਈ ਜੋਤ, ਫਿਰ ਇੱਕ ਹੈ। ਪਾਤਸ਼ਾਹ ਕਹਿੰਦੇ ਤੁਸੀਂ ਕਰਨਾ ਜੋ ਕੁਛ ਵੀ ਕਰਨਾ ਹੈ। ਦੇਖੋ ਲੇਖਾ ਛੋੜ ਅਲੇਖਾ ਛੂਟੈ, ਹਮ ਨਿਰਗੁਣ ਲਿਹੋ ਵਾਰੀ। ਭਾਵ ਉਸ ਦੀ ਰਜ਼ਾ ਵਿੱਚ ਰਹਿਣਾ, ਉਸ ਦੀ ਰਜ਼ਾ ਹੀ ਸਾਡੇ ਲਈ ਸਭ ਤੋਂ ਸ੍ਰੇਸ਼ਟ ਪੁੰਨ ਹੈ।
ਰਜਾ ਤੋਂ ਬਾਹਰ ਰਹਿਣਾ ਹੀ ਪਾਪ ਹੈ। ਰਜਾ ਵਿੱਚ ਰਹਿਣ ਵਾਲੇ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਆ। ਤਾਂ ਹੀ ਤਾਂ ਕਹਿੰਦੇ ਹਨ ਕਿ ਪਾਪ ਪੁੰਨ ਹਮਰੇ ਵਸ ਨਾਹੀ, ਰਸਕ ਰਸਕ ਨਾਨਕ ਗੁਣ ਗਾਹੇ। ਅਸਲ ਵਿੱਚ ਪਾਤਸ਼ਾਹ ਕਹਿੰਦੇ ਇਹ ਗੱਲ ਸੱਚਖੰਡ ਵਿੱਚ ਹੈ। ਜਿਹੜੀ ਹੁਕਮ 'ਚ ਰਹਿਣ ਵਾਲਿਆਂ ਦੀ ਗੱਲ ਹੈ, ਤੇ ਜਿਹੜੀ ਦੂਜੀ ਹੈ ਉਹ ਸੱਚਖੰਡ 'ਚ ਹੈ ਹੀ ਨਹੀਂ। ਇਸ ਤਰ੍ਹਾਂ ਦੇ ਪਾਪ ਪੁੰਨ ਦੀ ਇੱਥੇ ਬਣਾਈ ਗਈ ਗੱਲ ਹੈ। ਇੱਥੇ ਆਖਣ ਸ਼ਬਦ ਦੇ ਥੱਲੇ ਔਂਕੜ ਹੈ। ਭਾਵ ਪਾਤਸ਼ਾਹ ਕਹਿੰਦੇ ਅਸੀਂ ਤਾਂ ਸੱਚਖੰਡ ਵਿੱਚ ਇਹ ਗੱਲ ਆਖਦੇ ਸੁਣੇ ਨੇ ਕਿ ਇਹ ਪੁੰਨ ਹੈ। ਜਿਵੇਂ ਆਪਾਂ ਵੀ ਕਹਿ ਦਿੰਦੇ ਹਾਂ ਵੀ ਇਹ ਗੱਲ ਮੈਂ ਤਾਂ ਨਹੀਂ ਸੁਣੀ ਹੈਗੀ ਵੀ ਉੱਥੇ ਗੱਲ ਚੱਲਦੀ ਹੋਵੇ, ਇੱਥੇ ਗੱਲ ਪ੍ਰਚਲਿਤ ਹੈ। ਇਸੇ ਕਰਕੇ ਪਾਤਸ਼ਾਹ ਕਹਿੰਦੇ ਵੀ ਇਹ ਜਿਹੜੀ ਤੁਸੀਂ ਪਾਪ ਪੁੰਨ ਦੀ ਗੱਲ ਕਰਦੇ ਹੋ ਵੀ ਇਹ ਗੱਲ ਅਸੀਂ ਸੱਚਖੰਡ 'ਚ ਤਾਂ ਸੁਣੀ ਨਹੀਂ ਕਿਤੇ ਵੀ ਆਹ ਵੀ ਕੋਈ ਪਾਪ ਪੁੰਨ ਹੁੰਦਾ। ਕਿਉਂਕਿ ਹਰ ਦਰਗਾਹ ਕੀਆਂ ਬਾਤਾਂ ਨਾਨਕ ਆਖ ਸੁਣਾਵੇ। ਪਾਤਸ਼ਾਹ ਕਹਿੰਦੇ ਜੋ ਦਰਗਾਹ 'ਚ ਗੱਲ ਚੱਲਦੀ ਹੈ ਉਹੀ ਅਸੀਂ ਤੁਹਾਨੂੰ ਦੱਸਦੇ ਹਾਂ। ਤੁਸੀਂ ਇੱਥੇ ਇਹ ਗੱਲ ਮੰਨੀ ਬੈਠੇ ਹੋ, ਪਰ ਇਹ ਗੱਲ ਦਰਗਾਹ 'ਚ ਤਾਂ ਹੈ ਨਹੀਂ ਗੀ। ਇਹ ਤੁਹਾਨੂੰ ਕਿਹਨੇ ਪੜ੍ਹਾਤੀ? ਇਹ ਤੁਸੀਂ ਕਿਵੇਂ ਮੰਨ ਲਿਆ? ਅਸਲ ਵਿੱਚ ਇਹ ਗੁਰਬਾਣੀ ਵਿਸ਼ਾ ਹੀ ਧਾਰਮਿਕ ਲੋਕਾਂ ਦਾ ਹੈ। ਤਾਂ ਹੀ ਇਹ ਧਾਰਮਿਕ ਲੋਕਾਂ ਨੂੰ ਹੀ ਪਾਤਸ਼ਾਹ ਉਹਨਾਂ ਉਸ ਵੇਲੇ ਜਿਹੜੇ ਪੰਡਤ ਸੀ, ਕਾਜੀ ਸੀ, ਮੁੱਲਾ ਸੀ, ਜੋਗੀ ਸੀ, ਉਹਨਾਂ ਨਾਲ ਹੀ ਵਿਚਾਰਾਂ ਕਰਦੇ ਸੀ ਵੀ ਤੁਸੀਂ ਇਹ ਗੱਲਾਂ ਕਿੱਥੋਂ ਮੰਨੀ। ਔਰ ਇਹੀ ਗੱਲਾਂ ਮੰਨ ਕੇ ਤੁਸੀਂ ਜਿਹੜੇ ਤੁਹਾਡੇ ਕੋਲੋਂ ਦੇ ਉਹਨਾਂ ਨੂੰ ਸੁਣਾ ਦਿੰਦੇ, ਉਹ ਵਿਚਾਰੇ ਤੁਹਾਡੇ ਤੇ ਭਰੋਸਾ ਕਰਦੇ ਆ। ਉਹ ਉਸੇ ਭਰੋਸੇ ਮੁਤਾਬਕ ਤੁਹਾਡੀ ਗੱਲ ਮੰਨੀ ਜਾਂਦੇ ਆ। ਪਾਤਸ਼ਾਹ ਕਹਿੰਦੇ ਅੱਗੇ ਜਾ ਕੇ ਫਿਰ ਉਹਨਾਂ ਨਾਲ ਜੋ ਬੀਤਦੀ ਹੈ ਫਿਰ ਉਹ ਜਾਣਦੇ ਆ ਉਹ ਕਿੰਨੇ ਮੁਸ਼ਕਲ 'ਚ ਹੁੰਦੇ। ਥਾਓ ਨਾ ਹੋਵੇ ਪਾਉਂਦੀ ਹੁਣ ਸੁਣੀਏ ਕਿਆ ਰਵਾਇਆ। ਉਹ ਰੋਂਦੀਆਂ ਨੇ ਆਤਮਾਵਾਂ, ਉਹਨਾਂ ਨੂੰ ਥਾਂ ਨਹੀਂ ਲੱਭਦੀ ਵੀ ਹੁਣ ਅਸੀਂ ਕਿੱਥੇ ਜਾਈਏ। ਜਦੋਂ ਉਹਨਾਂ ਨੂੰ ਦਿਖਾਇਆ ਜਾਂਦਾ ਵੀ ਇਹਨਾਂ ਸਰੀਰਾਂ 'ਚ ਤੁਸੀਂ ਦੁਬਾਰਾ ਜਾਣਾ, ਉਹ ਫਿਰ ਤੜਫਦੀਆਂ ਨੇ ਵੀ ਅਸੀਂ ਕਿੱਥੇ ਚਲੀਏ। ਇੱਕ ਬੰਦਾ ਮਹਿਲ 'ਚ ਰਹਿੰਦਾ ਹੋਵੇ ਨਾ, ਰਾਜਵੀਆਂ ਸਹੂਲਤਾਂ ਉਹਦੇ ਕੋਲ ਹੋਣ, ਧਰਤੀ ਤੇ ਕਦੇ ਉਹਨੇ ਨੰਗੇ ਪੈਰ ਵੀ ਨਾ ਰੱਖਿਆ ਹੋਵੇ ਨੰਗਾ ਕਰਕੇ, ਉਸ ਬੰਦੇ ਨੂੰ ਤੁਸੀਂ ਚੱਕ ਕੇ ਲਿਜਾ ਕੇ ਗੰਦਗੀ ਦੇ ਵਿੱਚ ਕਹਿ ਦਿਓ ਵੀ ਇੱਥੇ ਤੁਰ ਤੇ ਥੱਲੇ ਹੁਣ ਕੰਢੇ, ਫਿਰ ਉਹਦੇ ਨਾਲ ਕੀ ਬੀਤੂਗੀ। ਇਸੇ ਤਰ੍ਹਾਂ ਹੀ ਪਾਤਸ਼ਾਹ ਕਹਿੰਦੇ ਤੁਸੀਂ ਇਹਨਾਂ ਜੀਵਾਂ ਨਾਲ ਕਰ ਰਹੇ ਜਿਨ੍ਹਾਂ ਕੋਲ ਲਾਸਟ ਵਾਰੀ ਮਨੁੱਖਾ ਤਨ ਮਿਲਿਆ। ਕੂੜ ਡੋਬੈ ਪੂਰ, ਪੂਰਾਂ ਦੇ ਪੂਰ ਤੁਸੀਂ ਕਹਿੰਦੇ ਡਬੋ ਕੇ ਰੱਖਤੀਆਂ ਆਤਮਾ ਨੂੰ। ਇਹ ਤੁਹਾਡੇ ਵਾਲੀ ਹੀ ਧਾਰਮਿਕ ਰਹੁ ਰੀਤੀ ਨੂੰ ਅਪਣਾਈ ਜਾਂਦੇ ਨੇ, ਉਹਨੂੰ ਹੀ ਸੱਚ ਮੰਨ ਕੇ ਲੱਗੇ ਹੋਏ ਨੇ। ਆਪਣੇ ਅੰਦਰ ਝਾਤੀ ਕੋਈ ਨਹੀਂ ਮਾਰਦਾ, ਬਸ ਲੱਗੇ ਹੋਏ ਨੇ। ਕਿਉਂਕਿ ਤੁਸੀਂ ਇਹਨਾਂ ਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਗੱਲੇ ਨਹੀਂ ਦੱਸੀ, ਤੁਸੀਂ ਕਿ ਅੱਗੇ ਜਾ ਕੇ ਤੁਹਾਨੂੰ ਆ ਮਿਲੀ ਜਾਣਾ। ਜਦ ਕਿ ਤੁਸੀਂ ਗੁਰਬਾਣੀ ਵੀ ਪੜ੍ਹਦੇ ਹੋ, ਮੂਏ ਹੂਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਈ ਨਾ। ਵੀ ਸਰੀਰ ਛੱਡਣ ਤੋਂ ਬਾਅਦ ਦੀ ਗੱਲ ਨਹੀਂ ਹੈ, ਸਰੀਰ ਵਿੱਚ ਰਹਿੰਦਿਆਂ ਤੁਸੀਂ ਆਪਣੀ ਥਾਂ ਪਤਾ ਕਰੋ ਕਿੱਥੇ ਜਾਣਾ। ਤੁਸੀਂ ਸੁੱਤੇ ਪਏ ਨੂੰ ਜਿਵੇਂ ਮਰਜ਼ੀ ਚੱਕ ਕੇ ਲੈ ਜਾਓ ਕਿਤੇ ਮਰਜ਼ੀ, ਜਾਗਦੇ ਨੂੰ ਲਿਜਾਓਗੇ ਤਾਂ 100 ਹੱਥ ਪੱਲਾ ਮਾਰਦਾ। ਤੁਸੀਂ ਤਾਂ ਇਹਨਾਂ ਦੀ ਆਤਮਾ ਸੁੱਤੀ ਪਈ ਹੈ, ਇਹਨਾਂ ਦਾ ਮਨ ਸੁੱਤਾ ਪਿਆ, ਤੁਸੀਂ ਤਾਂ ਜਾਗਣ ਨਹੀਂ ਦਿੰਦੇ, ਸਗੋਂ ਹੋਰ ਨੂੰ ਇਹੋ ਜਿਹੀਆਂ ਕਥਾ ਕਹਾਣੀਆਂ ਸੁਣਾ ਦਿੰਦੇ ਹੋ। ਲੋਭ ਲਾਲਚ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਨੇ ਜੀ, ਫਲਾਨਾ ਹੋ ਜਾਂਦਾ। ਉਹ ਤਾਂ ਵਿਚਾਰੇ ਹੋਰ ਗੂੜੀ ਨੀਂਦ 'ਚ ਜਾਈ ਜਾਂਦੇ। ਉਹਨਾਂ ਨੂੰ ਸਗੋਂ ਝੰਜੋੜੋ ਤੁਸੀਂ ਵੀ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਆ, ਬਾਰੀ ਆ ਤੁਹਾਡੀ ਗੋਬਿੰਦ ਨੂੰ ਮਿਲਣ ਦੀ। ਤੁਸੀਂ ਮਾਇਆ ਇਕੱਠੀ ਕਰਨ ਲੱਗ ਗਏ, ਤੁਸੀਂ ਯਾਤਰਾਵਾਂ 'ਤੇ ਤੁਰ ਪਏ, ਤੁਸੀਂ ਹੋਰ ਬਥੇਰੇ ਕੰਮ ਕਰਨ ਲੱਗ ਗਏ। ਧਰਮ ਦੇ ਪਾਠਾਂ ਦੀ ਗਿਣਤੀ ਵਧਾਤੀ ਵੀ ਇਹਨਾਂ ਨੇ ਪਾਠ ਕਰੋ। ਇਹ ਕੋਈ ਕੰਪੀਟੀਸ਼ਨ ਹੈ? ਇਹ ਜੀਵਨ ਜਾਂਚ ਹੈ। ਤੁਸੀਂ ਉਹਨਾਂ ਨੂੰ ਝੰਜੋੜੋ ਵੀ ਤੂੰ ਕਿੱਧਰ ਨੂੰ ਜਾਣਾ ਹੈ। ਉਹਨਾਂ ਨੂੰ ਉਹਨਾਂ ਦੀ ਖਾਨਦਾਨੀ ਦਿਖਾਓ ਵੀ ਤੁਹਾਡਾ ਪਿਓ ਕੌਣ ਹੈ। ਪਰਮੇਸ਼ਰ ਹੈ ਤੁਹਾਡਾ ਪਿਓ, ਚੰਗੀ ਪੱਗ ਬੰਨ੍ਹਦੇ ਹੋ ਪਰਮੇਸ਼ਰ ਦੀ।
ਕੀ ਮੂੰਹ ਲੈ ਕੇ ਜਾਓਗੇ ਉੱਥੇ? ਮਤ ਸ਼ਰਮਿੰਦਾ ਥੀਮ ਦੇ ਸਾਈਂ ਦੇ ਦਰਬਾਰ। ਉੱਥੇ ਸ਼ਰਮਿੰਦਗੀ ਕਰਨੀ ਪਊਗੀ ਤੁਹਾਨੂੰ। ਜਦੋਂ ਅਸੀਂ ਕਿਸੇ ਨੂੰ ਝੰਜੋੜਾਂਗੇ, ਅਗਲੇ ਨੂੰ ਪਤਾ ਲੱਗੂ ਵੀ ਵਾਕਈ ਯਾਰ ਮੈਂ ਤਾਂ ਕੋਈ ਹੋਰ ਆ। ਸੋ ਜੀਵਨ ਬਣਾਓ, ਪਾਤਸ਼ਾਹ ਕਹਿੰਦੇ ਜੀਵਨ ਬਰਬਾਦ ਨਾ ਕਰੋ। ਇਹਨਾਂ ਨਾਲ ਤਾਂ ਜਿਹੜੀ ਹੋਣੀ ਹੈ ਤੁਹਾਡੇ ਨਾਲ ਇਹਨਾਂ ਨੂੰ ਵੀ ਬੁਰੀ ਹੋਣੀ। ਪੜਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ ਨਾ ਮਾਰੀ। ਜਿਹੜੇ ਤੁਸੀਂ ਧਾਰਮਿਕ ਲੋਕ ਕਹਾਉਂਦੇ ਹੋ, ਤੁਹਾਨੂੰ ਦੁੱਗਣੀ ਸਜ਼ਾ ਮਿਲਦੀ ਹੈ ਉੱਥੇ। ਕਿਹੜੀ ਸਜ਼ਾ ਮਿਲਦੀ ਹੈ? ਕੀਟਾਂ ਹੀ ਅੰਦਰ ਕੀਟ ਕਰ, ਦੋਸ਼ੀ ਦੋਸ਼ ਧਰੇ, ਕਿਉਂਕਿ ਸਭ ਤੋਂ ਵੱਡਾ ਦੋਸ਼ ਤੁਹਾਡਾ ਹੈ। ਤੁਸੀਂ ਉਹਨਾਂ ਦਾ ਜੀਵਨ ਖਰਾਬ ਕਰੋ। ਤੁਸੀਂ ਉਹਨਾਂ ਨੂੰ ਸਪਸ਼ਟ ਕਹੋ ਵੀ ਗੱਲ ਆ ਹੈ, ਜੀਵਨ ਸ਼ੁੱਧ ਕਰੋ, ਮੈਲ ਕੱਢੋ ਆਪਣੇ ਆਪ। ਕਿਸੇ ਦਾ ਬੁਰਾ ਨਾ ਸੋਚੋ, ਸਗੋਂ ਇੱਕ ਦੂਜੇ ਦੀ ਮਦਦ ਕਰੋ। ਸੰਸਾਰੀ ਕੰਮਾਂ 'ਚ ਵੀ ਇੱਕ ਦੂਜੇ ਦੀ ਮਦਦ ਕਰੋ, ਨਿਰਾਕਾਰੀ ਕੰਮਾਂ 'ਚ ਵੀ ਮਦਦ ਕਰੋ। ਉਹਦੇ ਭਾਣੇ ਦੀ ਗੱਲ ਕਰੋ, ਭਲਾ ਸੋਚੋ। ਜਿੱਥੇ ਜਾਏ ਬਈਏ ਭਲਾ ਕਹੀਏ। ਕਹਿ ਤਾਂ ਸਕਦੇ ਹਾਂ, ਪਾਤਸ਼ਾਹ ਕਹਿੰਦੇ ਜੇ ਕਰ ਨਹੀਂ ਨਾ ਸਕਦੇ, ਕਹਿ ਤਾਂ ਸਕਦੇ ਹੋ। ਕਰਨਾ ਤਾਂ ਪਰਮੇਸ਼ਰ ਨੇ, ਉਹ ਤੁਹਾਨੂੰ ਵਡਿਆਈ ਦੇ ਦੂਗਾ, ਤੁਹਾਡੇ ਤੋਂ ਕਰਵਾ ਲੂਗਾ, ਤੁਹਾਨੂੰ ਮੌਕਾ ਦੇ ਦੂਗਾ ਵੀ ਤੂੰ ਕਰ ਵੀ ਭਲਾ। ਸੋ ਪਾਤਸ਼ਾਹ ਕਹਿੰਦੇ ਵੀ ਇਹ ਗੱਲ ਅਸੀਂ ਤਾਂ ਨਹੀਂ ਉੱਥੇ ਸੱਚਖੰਡ 'ਚ ਸੁਣੀ ਵੀ ਆਹ ਕੋਈ ਪਾਪ ਪੁੰਨ ਵੀ ਹੁੰਦਾ, ਕਿ ਪੁੰਨ ਹੈ ਕਿ ਪਾਪ ਹੈ। ਜਿਹੜੀ ਗੱਲ ਅਸੀਂ ਪਾਤਸ਼ਾਹ ਕਹਿੰਦੇ ਸੁਣੀ ਹੈ ਕਿ ਆਹ ਪਾਪ ਹੈ ਆਹ ਪੁੰਨ ਹੈ, ਇਹ ਉਹ ਅਸੀਂ ਤੁਹਾਨੂੰ ਦੱਸਤਾ। ਇਹ ਤਾਂ ਉਸ ਤੋਂ ਉਲਟ ਹੈ। ਤਾਂ ਹੀ ਤਾਂ ਪਾਤਸ਼ਾਹ ਕਹਿੰਦੇ ਆ ਮੂਰਖ ਦੇ ਨਾਲ ਸ਼ਬਦ ਜਿਹੜਾ ਲਾਇਆ ਉਹ ਅਸੰਖ ਲਾਇਆ। ਜਿੰਨੇ ਵੀ ਪਿੱਛੇ ਵਿਚਾਰ ਆਈ ਅਸੰਖ ਮੂਰਖ ਅੰਧ ਕੋਰ ਅਸੰਖ ਚੋ, ਉਹ ਸਾਰਿਆਂ ਦੀ ਗੱਲ ਨਾਲ ਅਸੰਖ ਲੱਗਦਾ ਆ, ਪਰ ਇੱਕ ਗੁਰਮੁਖ ਨਾਲ ਇੱਕ ਭਗਤ ਨਾਲ ਬਿਰਲੇ ਲੱਗਦਾ। ਇਹ ਗੱਲ ਬਹੁਤ ਹੀ ਇਹ ਮੇਰੇ ਮਨਾਂ ਵਿਚਾਰਨ ਵਾਲੀ ਹੈ ਕਿ ਜਿਵੇਂ ਅਸੀਂ ਕਿਸੇ ਨੂੰ ਕਹੀਏ ਕਿ ਆਹ ਚੀਜ਼ ਤੂੰ ਗਲਤ ਨਹੀਂ ਫਿਰਦਾ, ਸੋ ਉਹ ਅੱਗੋਂ ਸਾਨੂੰ ਕਹੇ ਵੀ ਤੈਨੂੰ ਬੜਾ ਪਤਾ, ਬਸ ਹੁਣ ਤੂੰ ਹੀ ਸਿਆਣਾ, ਤਾਂ ਫਿਰ ਅਸੀਂ ਕੀ ਕਹਿੰਦੇ? ਫਿਰ ਅਸੀਂ ਇਹੀ ਕਹਿੰਦੇ ਚੰਗਾ ਬਈ ਜਾ, ਫਿਰ ਅੱਗੇ ਲੱਗੂ ਪਤਾ ਠੀਕ ਕੀ ਹੈ ਤੇ ਗਲਤ ਕੀ ਹੈ। ਉੱਥੇ ਸੱਚੋ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜੱਜ ਮਾਲੇ। ਫੇਰ ਹੀ ਪਤਾ ਲੱਗਦਾ ਨਾ, ਉਹਨਾਂ ਚਿਰ ਤਾਂ ਲੱਗਦਾ ਹੀ ਨਹੀਂ। ਉਹਨਾਂ ਚਿਰ ਤਾਂ ਪਾਤਸ਼ਾਹ ਕਹਿੰਦੇ ਸਭ ਕਹਤੇ ਹੈ ਪਾਇਆ ਘਾਟ ਨਾ ਕਿ ਨਹੀਂ ਕਹਾਇਆ, ਕੋਈ ਵੀ ਘਾਟ ਨਹੀਂ ਕਹਾਉਂਦਾ। ਫਿਰ ਅਸੀਂ ਆਮ ਹੀ ਕਹਿੰਦੇ ਵੀ ਛੱਡ ਯਾਰ ਆਪਾਂ ਨੇ ਕੀ ਲੈਣਾ, ਨਹੀਂ ਮੰਨਦਾ ਅਗਲਾ ਨਾ ਮੰਨੇ, ਪਰ ਆਪਣਾ ਫਰਜ਼ ਵਾਲੇ ਨੂੰ ਸਹੀ ਦੱਸ ਦੇਣਾ। ਸੋ ਸਾਰੀ ਗੱਲ ਅੰਦਰ ਦੀ ਹੈ। ਪਾਤਸ਼ਾਹ ਕਹਿੰਦੇ ਬਾਹਰ ਤਾਂ ਮਾਇਆ ਹੀ ਮਾਇਆ ਹੈ। ਮਾਇਆ ਤਾਂ ਹੁੰਦੀ ਹੀ ਮੈਲ ਹੈ, ਬਾਹਰਲੇ ਸਰੀਰ ਨੂੰ ਲੱਗਦੀ ਤੇ ਧੋਤੀ ਵੀ ਜਾਂਦੀ ਹੈ। ਪਰ ਭਰੀ ਹੈ ਮਤ ਪਾਪਾਂ ਕੇ ਸੰਗ, ਉਹ ਧੋਪੈ ਨਾਵੈ ਕੇ ਰੰਗ। ਪਿੱਛੇ ਬਚਨ ਆਇਆ ਸੀ, ਧੋਤੀ ਮਤ ਵੀ ਜਾਂਦੀ ਹੈ, ਅਕਲ ਵੀ ਧੋਤੀ ਜਾਂਦੀ ਹੈ। ਹੁਣ ਦੇਖੋ ਕੀ ਲਿਖਿਆ ਕਿ ਉਹ ਧੋਪੈ ਨਾਵੈ ਕੇ ਰੰਗ। ਨਾਮ ਦੇ ਰੰਗ ਨਾਲ ਧੋਤੀ ਜਾਣ ਵਾਲੀ ਕੋਈ ਚੀਜ਼ ਹੈ। ਧੋਣ ਵਾਲੀ ਚੀਜ਼ ਕੀ ਹੈ? ਮਤ, ਅਕਲ। ਪਾਪ ਨਹੀਂ ਧੋਤੇ ਜਾਂਦੇ, ਮਤ ਧੋਤੀ ਜਾਂਦੀ ਹੈ। ਜਿਵੇਂ ਆਪਾਂ ਕੱਪੜਾ ਧੋਨੇ, ਮੈਲ ਥੋੜ੍ਹਾ ਧੋਨੇ ਆ, ਮੈਲ ਤਾਂ ਆਪ ਹੀ ਨਿਕਲ ਜਾਂਦੀ ਹੈ। ਧੋਤਾ ਕੱਪੜਾ ਜਾਂਦਾ ਹੈ, ਧੋਤੀ ਮਤ ਜਾਂਦੀ ਹੈ। ਪਰ ਇੱਕ ਗੱਲ ਸਮਝਣ ਵਾਲੀ ਹੈ ਕਿ ਜੇ ਧੋਤੀ ਜਾਂਦੀ ਹੈ ਤਾਂ ਦੁਬਾਰਾ ਮੈਲ ਲੱਗ ਸਕਦੀ ਹੈ। ਜੇ ਕੱਪੜਾ ਧੋਤਾ ਗਿਆ ਤਾਂ ਦੁਬਾਰਾ ਮੈਲਾ ਹੋ ਸਕਦਾ ਹੈ। ਅਜੇ ਸੋ ਨਾਓ ਸਮੁੰਦਰ में ਕਿਆ ਜਾਣੇ ਕਿਆ ਹੋਇਆ। ਤਾਂ ਪਾਤਸ਼ਾਹ ਕਹਿੰਦੇ ਵੀ ਸਦਾ ਹੀ ਭਾਣੇ 'ਚ ਰਹਿਣਾ, ਮੈਲ ਲੱਗਣੇ ਨਹੀਂ ਦੇਣੀ। ਜੇ ਕਿਤੇ ਲੱਗਦੀ ਵੀ ਹੈ ਨਾਲ ਦੀ ਨਾਲ ਲਾਹ ਹੀ ਜਾਣੀ ਹੈ ਕਿ ਜੰਮ ਨਾ ਜਾਵੇ।
ਆਦਤ ਨਾ ਬਣ ਜਾਵੇ, ਸੁਭਾਅ ਨਾ ਬਣ ਜਾਵੇ। ਸੋ ਧੋਤੀ ਮੱਤ ਜਾਂਦੀ ਹੈ, ਪਾਪ ਨਹੀਂ ਧੋਤੇ ਜਾਂਦੇ। ਦਿਖਾਓ ਕਿੱਥੇ ਲਿਖਿਆ ਪਾਪ ਧੋਤੇ ਜਾਂਦੇ ਆ। ਤੇ ਸਾਡੇ ਇੱਥੇ ਕਹਿੰਦੇ ਵੀ ਫਲਾਣੇ ਥਾਂ ਤੇ ਜਾ ਕੇ ਜਾਓ ਜੀ, ਪਾਪ ਧੋਤੇ ਜਾਂਦੇ। ਕੋਈ ਮੈਲ ਨੂੰ ਧੋਂਦਾ ਦੇਖਿਆ? ਮੈਲ ਕੱਢਦੇ ਤਾਂ ਦੇਖੇ ਆ। ਤਾਂ ਪਾਤਸ਼ਾਹ ਨੇ ਲਿਖਿਆ ਉਹ ਧੁੱਪ ਹੈ, ਉਹ ਧੋਤੀ ਜਾਂਦੀ ਹੈ। ਕੋਈ ਚੀਜ਼ ਧੋਤੀ ਜਾਂਦੀ ਹੈ, ਜਿਹੜੀ ਧੋਤੀ ਜਾਣ ਵਾਲੀ ਚੀਜ਼ ਆ ਉਹ ਬੁਝਾਰਤ ਆ, ਉਹ ਬੁੱਝਣੀ ਹੈ। ਗੁਰਬਾਣੀ ਭੇਤਾਂ ਨਾਲ ਭਰੀ ਪਈ ਹੈ। ਹੇ ਮੇਰੇ ਮਨਾ ਭੇਦ ਖੋਲਣੇ ਆ। ਤਾਂ ਕਿਹਾ ਪਾਤਸ਼ਾਹ ਨੇ, ਜਿਹੜੀ ਕੋਈ ਗੱਲ ਪ੍ਰਚਲਿਤ ਵੀ ਹੈ ਨਾ, ਵੀ ਘਰ ਕਾ ਭੇਤੀ ਲੰਕਾ ਢਾਹੇ। ਘਰ ਦਾ ਭੇਤ ਲੈਣਾ ਸੀ ਹਿਰਦੇ ਦਾ। ਹਿਰਦੇ ਦੇ ਅੰਦਰ ਜਿਹੜੀ ਲੰਕ ਹੈ, ਭਰਮ ਦੀ ਲੰਕਾ, ਸੋਨੇ ਦੀ ਉਹ ਲੰਕਾ ਸੀ, ਸੋਨਾ ਭਰਮ ਹੀ ਹੈ, ਉਹ ਢਾਉਣਾ ਹੈ। ਅੰਦਰੋਂ ਮਾਇਆ ਦਾ ਮੋਹ ਛੱਡਣਾ ਹੈ। ਸੋਨਾ ਤੇ ਮਿੱਟੀ ਇੱਕੋ ਜਿਹੀ ਸਮਝਣੇ। ਇਹ ਮਨੌਤ ਖਤਮ ਕਰਨੀ ਹੈ ਵੀ ਇਹ ਸੋਨਾ ਹੈ, ਮਿੱਟੀ। ਇਹ ਮਨੌਤ ਖਤਮ ਕਰਨੀ ਹੈ ਵੀ ਸੰਸਾਰੀ ਨਾ ਪੁੰਨ ਨਾ ਪਾਪ। ਅਸਲੀ ਪੁੰਨ ਹੈ ਹੁਕਮ 'ਚ ਰਹਿਣਾ, ਭਾਣੇ 'ਚ ਰਹਿਣਾ, ਗੁਰਬਾਣੀ ਦੀ ਗੱਲ ਮੰਨਣੀ ਪੁੰਨ ਹੈ। ਗੁਰਬਾਣੀ ਤੋਂ ਬਿਨਾਂ ਕੁਝ ਸੋਚਣਾ, ਗੁਰਬਾਣੀ ਤੋਂ ਬਿਨਾਂ ਕੁਝ ਕਰਨਾ, ਇਹ ਸੱਚਖੰਡ ਦੇ ਅੰਦਰ ਪਾਪ ਹੈ। ਲੰਕਾ ਢਾਉਣੀ ਹੈ ਤਾਂ ਹੀ ਮਨ ਹੰਕਾਰੀ ਹੈ ਜਿਹੜਾ ਰਾਜਾ ਹੈ, ਇਹ ਫੜ ਹੋਣਾ ਹੈ। ਇਹਦੀ ਮੌਤ ਤਾਂ ਹੀ ਹੋਊਗੀ, ਫੇਰ ਹੀ ਅਬਿਨਾਸ਼ੀ ਰਾਜ ਮਿਲੂਗਾ ਨਾ। ਸੋ ਸੱਚਖੰਡ ਵਿੱਚ ਸਦਾ ਲਈ ਹੋਵਾਂਗੇ ਅਸੀਂ। ਗੁਰਬਾਣੀ ਵਿੱਚ ਔਗਣ ਬਖਸ਼ਣ ਬਾਰੇ ਤਾਂ ਜ਼ਰੂਰ ਲਿਖਿਆ ਕਿ ਦੁਬਾਰਾ ਮੈਲ ਨਾ ਲੱਗ ਜਾਵੇ। ਇਹ ਗੱਲ ਤਾਂ ਜ਼ਰੂਰ ਲਿਖੀ ਹੈ, ਪਿਛਲੇ ਔਗਣ ਬਖਸ਼ ਲੈ, ਕਿ ਜਿਹੜੀ ਪਿੱਛੇ ਮੈਲ ਲੱਗੀ ਹੋਈ ਸੀ ਹੁਣ ਦੁਬਾਰਾ ਨਾ ਲੱਗ ਜਾਵੇ। ਐਸੀ ਮੇਰੇ ਤੇ ਬਖਸ਼ਿਸ਼ ਕਰ ਕਿ ਉਹਨੇ ਦੁਬਾਰਾ ਮੈਲ ਨਾ ਮੇਰੇ ਤੇ ਲੱਗੇ। ਪ੍ਰਭ ਅੱਗੇ ਮਾਰਗ ਪਾਵੇ, ਮੈਨੂੰ ਅੱਗੇ ਬਦਲਦਾ, ਕੋਈ ਐਸੀ ਅੱਗਿਓਂ ਸੋਝੀ ਦੇ ਕਿ ਮੈਲ ਲੱਗੇ ਹੀ ਨਾ, ਮੈਨੂੰ ਲਾਉਂਦਾ ਹੀ ਚਲੇ ਜਾਵਾਂ। ਭਾਵ ਹੁਣ ਭਾਣੇ ਦਾ ਵਿਰੋਧ ਛੱਡਿਆ। ਹੇ ਪ੍ਰਭ ਹੁਣ ਤੂੰ ਸੋਝੀ ਬਖਸ਼ ਕਿ ਕਰਨਾ ਕੀ ਹੈ। ਸੋ ਪਾਤਸ਼ਾਹ ਕਹਿੰਦੇ ਜੋ ਗੁਰ ਦੱਸੇ ਬਾਟ ਮੁਰੀਦਾਂ ਜੋਲੀ ਹੈ। ਫਿਰ ਉਹਦੀ ਅੱਗੇ ਸਮਰਪਣ ਹੋਣਾ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ। ਸੋ ਇਹ ਪ੍ਰਭੂ ਦੀ ਬਖਸ਼ਿਸ਼, ਪ੍ਰਭ ਦੀ ਬਖਸ਼ਿਸ਼ ਹੈ ਕਿ ਜੋ ਉਪਦੇਸ਼ ਗੁਰਬਾਣੀ ਹੈ ਇਸ ਅਨੁਸਾਰ ਚੱਲ, ਮੁਰੀਦ ਬਣ ਕੇ ਚੱਲ, ਦਾਸ ਬਣ ਕੇ ਚੱਲ। ਫਿਰ ਪਾਤਸ਼ਾਹ ਕਹਿੰਦੇ ਜਿਹੜਾ ਜੀਵਨ ਹੈ ਉਹ ਸਫਲ ਹੈ। ਕਰ ਕਰ ਕਰਨਾ ਲਿਖ ਲੈ ਜਾਓ। ਹੇ ਮੇਰੇ ਮਨਾ, ਨਹੀਂ ਤਾਂ ਫਿਰ ਜਿਹੜਾ ਕੁਛ ਤੂੰ ਕਰਦਾ ਇਹਨੂੰ ਤੂੰ ਮੰਨੀ ਜਾਣ ਵੀ ਮੇਤੋਂ ਹੋ ਰਿਹਾ, ਫਿਰ ਤਾਂ ਤੂੰ ਇਹ ਸਾਰਾ ਕੁਛ ਲਿਖ ਕੇ ਲੈ ਜਾਏਗਾ। ਪੁੰਨੀ ਪਾਪੀ ਆਖਣ ਨਾ ਹੈ, ਕਰ ਕਰ ਕਰਨਾ ਲਿਖ ਲੈ। ਫਿਰ ਤਾਂ ਜਿਹੜਾ ਕੁਛ ਤੂੰ ਕਰ ਰਿਹਾ ਉਹੀ ਲਿਖ ਰਿਹਾ। ਉਹ ਫਿਰ ਜਿਹੜਾ ਕੁਛ ਤੂੰ ਕੀਤਾ ਹੋਇਆ ਉਹਦਾ ਤੈਨੂੰ ਗਾਹਾਂ ਉਹੀ ਇਵਜ਼ ਮਿਲੂਗਾ। ਅਗਲੇ ਵਚਨ 'ਚ ਪਾਤਸ਼ਾਹ ਕਹਿੰਦੇ ਆਪਾਂ ਉਹਦੀ ਵਿਚਾਰ ਜੇ ਗੁਰ ਨੇ ਕਿਰਪਾ ਕੀਤੀ ਤਾਂ ਕੱਲ੍ਹ ਕੀਤੀ ਜਾਵੇਗੀ। ਅੱਜ ਦੀ ਵਿਚਾਰ ਇੱਥੇ ਹੀ ਸਮਾਪਤੀ ਹੈ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।